ਨੈਕਸਟ ਟੌਪਿਕ ਆਪਣੇ ਕੋਲ ਲਾਸਟ ਟਾਈਮ ਆਪਾਂ ਪੜ੍ਹਿਆ ਸੀਗਾ ਕਿ ਜਿਹੜੀ ਆਕਸੀਜਨ ਹੈ ਉਹ ਕੰਬਸ਼ਨ ਲਈ ਕਿਵੇਂ ਹੈਲਪਫੁਲ ਹੁੰਦੀ ਹੈ। ਠੀਕ ਹੈ, ਹੁਣ ਆਪਾਂ ਪੜ੍ਹਨ ਲੱਗੇ ਹਾਂ ਕਿ ਜਿਹੜੀ ਆਕਸੀਜਨ ਹੈ ਉਹ ਵੈਲਡਿੰਗ ਅਤੇ ਮੈਟਲਸ ਨੂੰ ਕੱਟ ਕਰਨ ਲਈ ਕਿਵੇਂ ਹੈਲਪਫੁਲ ਹੈ। ਐਕਚੁਅਲੀ ਆਕਸੀਜਨ ਦਾ ਯੂਜ਼ ਹੈ ਕਿ ਜਿਹੜੀ ਆਕਸੀਜਨ ਹੈ ਉਹ ਵੈਲਡਿੰਗ ਅਤੇ ਮੈਟਲ ਕਟਿੰਗ ਲਈ ਕੀ ਹੈ, ਹੈਲਪਫੁਲ ਹੁੰਦੀ ਹੈ। ਠੀਕ ਹੈ, ਕਿਵੇਂ ਹੁੰਦੀ ਹੈ? ਆਕਸੀਜਨ ਇਜ਼ ਮਿਕਸਡ ਵਿਦ ਐਸਟੇਲਾਈਨ ਗੈਸ ਟੂ ਫਾਰਮ ਆਕਸੀ ਐਸਟੇਲਾਈਨ। ਐਕਚੁਅਲੀ ਕੀ ਹੈ ਕਿ ਜਦੋਂ ਆਕਸੀਜਨ ਗੈਸ ਹੈ ਇਹ ਨਾ ਐਸੀਟੀਲਾਈਨ, ਇਹ ਤੁਸੀਂ ਅੱਗੇ ਜਾ ਕੇ ਆਰਗੈਨਿਕ ਕੈਮਿਸਟਰੀ ਵਿੱਚ ਪੜ੍ਹੋਗੇ ਕਿ ਐਸੀਟੀਲਾਈਨ ਵਗੈਰਾ ਕੀ ਹੁੰਦੇ ਆ। ਇਹ ਐਸੀਟੀਲਾਈਨ ਨਾਲ ਜਦੋਂ ਆਕਸੀਜਨ ਰਿਐਕਟ ਕਰਦੀ ਹੈ ਤਾਂ ਇਹ ਕੀ ਬਣਾ ਦਿੰਦੀ ਹੈ, ਆਕਸੀ ਐਸੀਟੀਲਾਈਨ। ਠੀਕ ਹੈ, ਆਕਸੀ ਐਸੀਟੀਲਾਈਨ ਬਣਾ ਦਿੰਦੀ ਹੈ ਅਤੇ ਇਹਨੂੰ ਆਪਾਂ 3200 ਟੈਂਪਰੇਚਰ ਡਿਗਰੀ ਸੈਲਸੀਅਸ ਆਪਾਂ ਨੂੰ ਦੇਣਾ ਪੈਂਦਾ ਹੈ ਤਾਂ ਜੋ ਕਿ ਇੰਨੇ ਟੈਂਪਰੇਚਰ 'ਤੇ ਪ੍ਰੋਪਰ ਵੈਲਡਿੰਗ ਕਰਨ ਵਿੱਚ ਹੈਲਪਫੁਲ ਹੁੰਦੀ ਹੈ। ਠੀਕ ਹੈ, ਇਨ ਇੰਡਸਟਰੀਜ਼, ਹੁਣ ਆਕਸੀਜਨ ਇੰਡਸਟਰੀਜ਼ ਵਿੱਚ ਕਿਵੇਂ ਹੈਲਪਫੁਲ ਹੈ? ਆਲਮੋਸਟ ਆਲ ਦਾ ਐਨਰਜੀ ਰਿਕੁਆਇਰਡ ਫॉर ਇੰਡਸਟਰੀਅਲ ਐਜ਼ ਵੈਲ ਐਜ਼ ਡੋਮੈਸਟਿਕ ਪਰਪਸ ਇਜ਼ ਜਨਰੇਟਡ ਫਰਮ ਬਰਨਿੰਗ ਫਿਊਲਸ। ਜੋ ਵੀ ਐਨਰਜੀ ਆਪਣੀ ਇੰਡਸਟਰੀਅਲ ਜਾਂ ਡੋਮੈਸਟਿਕ ਪਰਪਸ ਲਈ ਐਨਰਜੀ ਚਾਹੀਦੀ ਹੁੰਦੀ ਹੈ ਉਹ ਸਾਰੀ ਐਨਰਜੀ ਕਿੱਥੋਂ ਆਉਂਦੀ ਹੈ? ਜਦੋਂ ਆਪਾਂ ਵੁੱਡ ਨੂੰ, ਕੋਲ ਨੂੰ ਜਾਂ ਆਇਲਸ ਵਗੈਰਾ ਨੂੰ ਬਰਨ ਕਰਦੇ ਹਾਂ। ਅਤੇ ਇਹ ਸਾਰਾ ਕੁਛ ਬਰਨ ਕਿਵੇਂ ਹੁੰਦਾ ਹੈ? ਜੇ ਆਪਣੇ ਆਸੇ ਪਾਸੇ ਆਕਸੀਜਨ ਦੀ ਪ੍ਰੈਜੈਂਸ ਹੋਊਗੀ ਤਾਂ ਕੋਈ ਵੀ ਇੰਡਸਟਰੀਜ਼ ਵਗੈਰਾ ਵਿੱਚ ਵੀ ਕੰਮ ਹੋਣਾ ਹੈ ਜਾਂ ਡੋਮੈਸਟਿਕ ਜਾਂ ਘਰਾਂ ਵਿੱਚ ਵੀ ਕੰਮ ਹੋਣਾ ਹੈ ਤਾਂ ਉਹਦੇ ਵਿੱਚ ਅੱਗ ਜਲਾਉਣ ਲਈ ਆਪਾਂ ਨੂੰ ਕੀ ਹੈ, ਆਕਸੀਜਨ ਦੀ ਲੋੜ ਪੈਂਦੀ ਹੈ। ਠੀਕ ਹੈ, ਇਹ ਸਾਰੇ ਪਰਪਸ ਲਈ ਆਪਾਂ ਨੂੰ ਆਕਸੀਜਨ ਇਜ਼ ਨੈਸੈਸਰੀ। ਨੈਕਸਟ ਆ ਗਿਆ ਆਪਣੇ ਕੋਲ ਇਨ ਕੈਮੀਕਲ ਇੰਡਸਟਰੀ। ਕੈਮੀਕਲ ਇੰਡਸਟਰੀਜ਼ ਵਿੱਚ ਕਿਵੇਂ ਆਪਾਂ ਆਕਸੀਜਨ ਨੂੰ ਯੂਜ਼ ਕਰਦੇ ਹਾਂ। ਪਿਓਰ ਆਕਸੀਜਨ ਰਿਐਕਟਸ ਵਿਦ ਕੋਲ। ਕੈਮੀਕਲ ਇੰਡਸਟਰੀਜ਼ ਵਿੱਚ ਕੀ ਕਰਦੇ ਆ, ਪਿਓਰ ਆਕਸੀਜਨ ਲੈਂਦੇ ਆ, ਉਹਨੂੰ ਕੀ ਕਰਦੇ ਆ, ਕੋਲ ਨਾਲ ਰਿਐਕਟ ਕਰਵਾਉਂਦੇ ਆ। ਕੋਲ ਨਾਲ ਆਈਦਰ ਰਿਐਕਟ ਕਰਵਾ ਸਕਦੇ ਆ ਜਾਂ ਆਪਾਂ ਕੋਈ ਵੀ ਨੈਚੁਰਲ ਗੈਸ ਜਾਂ ਲਿਕੁਇਡ ਫਿਊਲਸ ਕਿਸੇ ਨਾਲ ਵੀ ਰਿਐਕਟ ਕਰਵਾ ਕੇ ਉਹ ਕੀ ਬਣਾ ਲੂਗਾ, ਅ ਮਿਕਸਚਰ ਆਫ ਹਾਈਡਰੋਜਨ ਐਂਡ ਕਾਰਬਨ ਮੋਨੋਆਕਸਾਈਡ। ਜਦੋਂ ਆਪਾਂ ਆਕਸੀਜਨ ਨੂੰ ਕੋਕ ਨਾਲ ਜਾਂ ਨੈਚੁਰਲ ਗੈਸ ਨਾਲ ਜਾਂ ਕੋਈ ਵੀ ਫਿਊਲਸ ਨਾਲ ਰਿਐਕਟ ਕਰਵਾਉਂਦੇ ਆ ਤਾਂ ਉਹ ਇੱਕ ਮਿਕਸਚਰ ਬਣਾ ਲੈਂਦਾ। ਮਿਕਸਚਰ ਕਾਹਦਾ ਬਣਾ ਲੈਂਦਾ? ਇੱਕ ਤਾਂ ਹਾਈਡਰੋਜਨ ਬਣ ਜਾਂਦੀ ਹੈ ਪਲੱਸ ਨਾਲ ਕੀ ਹੈ, ਕਾਰਬਨ ਮੋਨੋਆਕਸਾਈਡ ਗੈਸ ਪ੍ਰੋਡਿਊਸ ਹੁੰਦੀ ਹੈ। ਠੀਕ ਹੈ, ਫਿਰ ਜਿਹੜੀ ਹੈ H2 ਅਤੇ ਕਾਰਬਨ ਮੋਨੋਆਕਸਾਈਡ ਗੈਸ ਹੈ ਇਹ ਫਰਦਰ ਯੂਜ਼ ਹੁੰਦੀ ਹੈ ਅਮੋਨੀਆ ਬਣਾਉਣ ਵਿੱਚ, ਮਿਥਾਈਲ ਅਲਕੋਹਲ ਬਣਾਉਣ ਵਿੱਚ ਜਾਂ ਹੋਰ ਕੋਈ ਕਾਰਬਨ ਦੇ ਕੰਪਾਊਂਡਸ ਬਣਾਉਣ ਵਿੱਚ ਜਾਂ ਕੋਈ ਹੋਰ ਅਦਰ ਕੰਪਾਊਂਡਸ ਬਣਾਉਣ ਵਿੱਚ ਇਹ ਯੂਜ਼ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਹੈ, ਮੇਨਲੀ ਆਪਾਂ ਇੱਕ 8th ਕਲਾਸ ਪੜ੍ਹਾਂਗੇ ਬੌਸ਼ ਪ੍ਰੋਸੈਸ। ਤਾਂ ਬੌਸ਼ ਪ੍ਰੋਸੈਸ ਵਿੱਚ ਸਾਰਾ ਐਕਸਪਲੇਨ ਕੀਤਾ ਹੋਇਆ ਕਿ ਕਿਵੇਂ ਜਿਹੜੀ ਹੁੰਦਾ ਯੂਜ਼ ਹੁੰਦਾ ਅਮੋਨੀਆ ਵਗੈਰਾ ਦੀ ਪ੍ਰੈਪਰੇਸ਼ਨ ਲਈ। ਤਾਂ ਇਹਦੇ ਵਿੱਚ ਆਪਾਂ ਕੀ ਕਰਨਾ, ਸਿੰਪਲ ਆਪਾਂ ਆਕਸੀਜਨ ਲੈਣੀ ਹੈ। ਆਕਸੀਜਨ ਨੂੰ ਕੋਈ ਵੀ ਮੰਨ ਲਓ ਕੋਲ ਹੈ, ਨੈਚੁਰਲ ਗੈਸ ਹੈ, ਉਹਦੇ ਨਾਲ ਰਿਐਕਟ ਕਰਵਾਉਣਾ। ਰਿਐਕਟ ਕਰਵਾਉਣ ਤੋਂ ਬਾਅਦ ਇਹ ਆਪਾਂ ਨੂੰ ਕੀ ਪ੍ਰੋਡਿਊਸ ਕਰੂਗਾ, ਇਹ ਦਊਗਾ ਆਪਾਂ ਨੂੰ ਹਾਈਡਰੋਜਨ ਅਤੇ ਕਾਰਬਨ ਮੋਨੋਆਕਸਾਈਡ। ਠੀਕ ਹੈ, ਹਾਈਡਰੋਜਨ ਅਤੇ ਕਾਰਬਨ ਮੋਨੋਆਕਸਾਈਡ ਦੀ ਪ੍ਰੋਡਕਸ਼ਨ ਕਰ ਦੂਗਾ ਅਤੇ ਗਾਂ ਇਹ ਹਾਈਡਰੋਜਨ ਅਤੇ ਕਾਰਬਨ ਮੋਨੋਆਕਸਾਈਡ ਕਾਹਦੀ ਪ੍ਰੋਡਕਸ਼ਨ ਕਰਵਾਉਣਗੇ, ਅਮੋਨੀਆ ਦੀ, ਦੈਟ ਇਜ਼ NH3, ਮਿਥਾਈਲ ਅਲਕੋਹਲ ਜਾਂ ਹੋਰ ਅਦਰ ਕੰਪਾਊਂਡਸ ਵਿੱਚ। ਇੱਦਾਂ ਦੀ ਕੈਮੀਕਲ ਇੰਡਸਟਰੀਜ਼ ਹੁੰਦੀ ਹੈ ਜਿਹਦੇ ਵਿੱਚ ਆਕਸੀਜਨ ਯੂਜ਼ ਹੁੰਦਾ। ਠੀਕ ਹੈ, ਨੈਕਸਟ ਆ ਗਿਆ ਇਨ ਸਪੇਸ ਰਾਕੇਟਸ। ਸਪੇਸ ਰਾਕੇਟਸ ਵਿੱਚ ਵੀ ਕੀ ਹੈ, ਜਿਹੜੀ ਲਿਕੁਇਡ ਆਕਸੀਜਨ ਹੈ ਉਹ ਯੂਜ਼ ਹੁੰਦੀ ਹੈ। ਕਿਉਂਕਿ ਦੇਖੋ ਸਪੇਸ ਰਾਕੇਟ ਦੇ ਵਿੱਚ ਇੱਥੇ ਕੀ ਆਪਾਂ ਫਿਊਲ ਯੂਜ਼ ਕਰਨਾ ਹੁੰਦਾ। ਜਦੋਂ ਫਿਊਲ ਬਰਨ ਹੁੰਦਾ ਤਾਂ ਹੀ ਉਹ ਜਿਹੜੀ ਸਪੇਸ ਰਾਕੇਟ ਆ ਉਹ ਹਾਈ ਪ੍ਰੈਸ਼ਰ ਨਾਲ ਉੱਪਰ ਜਾ ਰਹੀ ਹੈ ਨਾ। ਤਾਂ ਇਹਦੇ ਵਿੱਚ ਕੀ ਹੈ, ਲਿਕੁਇਡ ਆਕਸੀਜਨ ਆਪਾਂ ਯੂਜ਼ ਕਰਦੇ ਹਾਂ ਤਾਂ ਜੋ ਕਿ ਜਿਹੜਾ ਵੀ ਫਿਊਲ ਵਗੈਰਾ ਬਰਨ ਕਰਨਾ ਆਪਾਂ ਰਾਕੇਟਸ ਵਿੱਚ ਜਾਂ ਮਿਸਾਈਲਸ ਵਿੱਚ ਉਹ ਈਜ਼ੀਲੀ ਕੀ ਹੈ, ਬਰਨ ਹੋ ਜੇ। ਠੀਕ ਹੈ, ਇਨ ਸਰਟਨ ਐਕਸਪਲੋਸਿਵ ਮਤਲਬ ਇੱਦਾਂ ਦੇ ਜਦੋਂ ਮਤਲਬ ਕਿ ਧਮਾਕਾ ਵਗੈਰਾ ਹੁੰਦਾ, ਬੰਬ ਵਗੈਰਾ ਜੋ ਵੀ ਹੁੰਦੇ ਆ, ਐਟਮ ਬੰਬ ਵਗੈਰਾ। ਠੀਕ ਹੈ, ਤਾਂ ਇਹਨਾਂ ਐਕਸਪਲੋਸਿਵ ਵਿੱਚ ਵੀ ਕੀ ਹੈ, ਇਹ ਕਿਵੇਂ ਕੰਮ ਕਰਦਾ ਦੇਖੋ। ਜਿਹੜੇ ਕਾਰਬਨ ਡਸਟ ਹੁੰਦੀ ਹੈ, ਕਾਰਬਨ ਡਸਟ ਮੇਡ ਵੈਟ ਵਿਦ ਲਿਕੁਇਡ ਆਕਸੀਜਨ ਇਜ਼ ਮੇਡ ਇਨਟੂ ਕਾਰਟਿਗਰਿਜ ਵਿਚ ਇਜ਼ ਯੂਜ਼ਡ ਇਨ ਦ ਪਲੇਸ ਆਫ ਡਾਇਨਾਮਾਈਟਸ ਇਨ ਕੋਲ ਮਾਈਨਿੰਗ। ਐਕਚੁਅਲੀ ਇਹਦੇ ਵਿੱਚ ਕੀ ਹੈ ਕਿ ਲਿਕੁਇਡ ਆਕਸੀਜਨ ਦੀ ਹੈਲਪ ਨਾਲ ਕਾਰਬਨ ਦੀ ਡਸਟ ਨੂੰ ਕੀ ਬਣਾਇਆ ਜਾਂਦਾ ਹੈ, ਵੈਟ ਕੀਤਾ ਜਾਂਦਾ ਹੈ। ਕਾਰਬਨ ਦੀ ਡਸਟ ਹੈ ਉਹਦੇ ਵਿੱਚ ਕੀ ਹੈ, ਲਿਕੁਇਡ ਆਕਸੀਜਨ ਪਾ ਦਿੰਦੇ ਆ। ਕਾਰਬਨ ਵਿੱਚ ਜਦੋਂ ਲਿਕੁਇਡ ਆਕਸੀਜਨ ਪਾਉਂਦੇ ਨਾ ਤਾਂ ਇਹ ਜਿਹੜੀ ਕਾਰਬਨ ਹੈ ਇਹ ਵੈਟ ਹੋ ਜਾਂਦੀ ਹੈ। ਐਕਚੁਅਲੀ ਤੇ ਕਾਰਬਨ ਡਸਟ ਲੈ ਰਹੇ ਹਾਂ ਤਾਂ ਜਿਹੜੀ ਕਾਰਬਨ ਡਸਟ ਇੱਥੇ ਵੈਟ ਹੋ ਜਾਂਦੀ ਹੈ ਉਹ ਕਾਰਬਨ ਡਸਟ ਨੂੰ ਆਪਾਂ ਕੀ ਹੈ, ਕਾਰਟਿਗਰਿਜਸ ਮਤਲਬ ਜਿਹੜੇ ਐਕਸਪਲੋਸਿਵ ਹੁੰਦੇ ਜਦੋਂ ਆਪਾਂ ਨੂੰ ਬਰਨ ਕਰਦੇ ਆ, ਬਹੁਤ ਸਾਰਾ ਧਮਾਕਾ ਮਤਲਬ ਪ੍ਰੋਡਿਊਸ ਕਰਦੇ ਆ ਤਾਂ ਉਹ ਵੈਟ ਕਾਰਬਨ ਗਾਂ ਕਾਹਦੇ 'ਚ ਕਾਰਟਿਗਰਿਜਸ 'ਚ ਯੂਜ਼ ਹੁੰਦਾ ਹੈ ਅਤੇ ਜਿਹੜਾ ਕਿ ਡਾਇਨਾਮਾਈਟ ਇਨ ਕੋਲ ਮਾਈਨਿੰਗ ਵਗੈਰਾ ਵਿੱਚ ਯੂਜ਼ ਹੁੰਦਾ। ਐਕਚੁਅਲੀ ਕੋਲ ਮਾਈਨਿੰਗ ਵਗੈਰਾ ਵਿੱਚ ਆਪਾਂ ਨੇ ਐਕਸਪਲੋਸਿਵ ਕਰਨਾ ਹੁੰਦਾ। ਐਕਸਪਲੋਸਿਵ ਕਰਨ ਤੋਂ ਬਾਅਦ ਜੋ ਮਿਨਰਲਸ ਵਗੈਰਾ ਆਪਾਂ ਨੂੰ ਮਿਲਦੇ ਆ
ਉਹ ਕੋਲ ਦੇ ਵਿੱਚ ਮਤਲਬ ਮਾਈਨਿੰਗ ਦੇ ਹੈਲਪਫੁਲ ਹੁੰਦੇ ਆ, ਠੀਕ ਹੈ। ਤਾਂ ਸਰਟਨ ਐਕਸਪਲੋਸਿਵ ਵਿੱਚ ਵੀ ਆਪਾਂ ਕੀ ਯੂਜ਼ ਕਰਦੇ ਹਾਂ, ਆਕਸੀਜਨ। ਇਹਦੇ ਵਿੱਚ ਆਪਾਂ ਮੇਨਲੀ ਯੂਜ਼ ਕਰਦੇ ਹਾਂ ਲਿਕੁਇਡ ਆਕਸੀਜਨ। ਨੈਕਸਟ ਆ ਗਿਆ ਆਪਣੇ ਕੋਲ ਐਕਸਟਰਨਲ ਰੈਸਪੀਰੇਸ਼ਨ ਅਤੇ ਇੰਟਰਨਲ ਰੈਸਪੀਰੇਸ਼ਨ। ਐਕਸਟਰਨਲ ਅਤੇ ਇੰਟਰਨਲ ਰੈਸਪੀਰੇਸ਼ਨ 'ਚ ਕੀ ਫ਼ਰਕ ਹੁੰਦਾ ਹੈ। ਰੈਸਪੀਰੇਸ਼ਨ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਆਕਸੀਜਨ ਨੂੰ ਅੰਦਰ ਲੈ ਕੇ ਗਏ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਿਆ, ਠੀਕ ਹੈ, ਮਤਲਬ ਬ੍ਰੇਕਡਾਊਨ ਆਫ ਸੈਲਸ ਵਗੈਰਾ ਹੋਈ, ਉਹਦੇ ਨਾਲ ਐਨਰਜੀ ਵਗੈਰਾ ਆਪਾਂ ਨੂੰ ਮਿਲੀ, ਤਾਂ ਉਹ ਕੀ ਹੁੰਦੀ ਹੈ, ਰੈਸਪੀਰੇਸ਼ਨ। ਐਕਸਟਰਨਲ ਰੈਸਪੀਰੇਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਕੋਈ ਆਰਗੈਨਿਜ਼ਮ ਆਕਸੀਜਨ ਲੈਂਦਾ ਹੈ ਇਨਵਾਇਰਮੈਂਟ ਤੋਂ, ਆਪਾਂ ਵੀ ਕੀ ਕਰਦੇ ਹਾਂ, ਇਨਵਾਇਰਮੈਂਟ ਤੋਂ ਆਕਸੀਜਨ ਲੈਂਦੇ ਹਾਂ, ਠੀਕ ਹੈ। ਆਕਸੀਜਨ ਲੈ ਕੇ ਕੀ ਕਰਦੇ ਆ, ਰਿਲੀਜ਼ ਕਾਰਬਨ ਡਾਈਆਕਸਾਈਡ ਗੈਸ ਨੂੰ ਰਿਲੀਜ਼ ਕਰ ਦਿੰਦੇ ਆ। ਤਾਂ ਆਕਸੀਜਨ ਅੰਦਰ ਲੈ ਕੇ ਜਾਣੀ ਇਨਵਾਇਰਮੈਂਟ ਤੋਂ ਅਤੇ ਕਾਰਬਨ ਡਾਈਆਕਸਾਈਡ ਗੈਸ ਬਾਹਰ ਰਿਲੀਜ਼ ਕਰਨੀ, ਇਹ ਸਾਰਾ ਇੱਕ ਕੀ ਹੈ, ਫਿਜ਼ੀਕਲ ਪ੍ਰੋਸੈਸ ਹੈ। ਫਿਜ਼ੀਕਲ ਮਤਲਬ ਜੋ ਇੱਕ ਆਮ ਹਿਊਮਨ ਬੀਇੰਗ ਕਰਦੇ ਹੈ, ਠੀਕ ਹੈ। ਤਾਂ ਇਹ ਜਿਹੜੀ ਹੁੰਦੀ ਹੈ ਆਰਗੈਨਿਜ਼ਮਸ, ਇਹ ਐਕਸਟਰਨਲ ਰੈਸਪੀਰੇਸ਼ਨ ਕਾਫੀ ਵੇਜ਼ ਨਾਲ ਕਰ ਲੈਂਦੇ ਆ। ਡਿਪੈਂਡ ਕਰਦਾ ਉਹਨਾਂ ਦੇ ਸਾਈਜ਼ 'ਤੇ, ਡਿਪੈਂਡ ਕਰਦਾ ਇਨਵਾਇਰਮੈਂਟ 'ਤੇ। ਮਤਲਬ ਉਹ ਕਿਵੇਂ ਨਾ ਕਿਵੇਂ ਆਕਸੀਜਨ ਅੰਦਰ ਲੈ ਜਾਂਦੇ ਆ, ਸੈਲਸ ਦੇ ਅੰਦਰ ਆਕਸੀਜਨ ਲੈ ਜਾਂਦੇ ਆ ਅਤੇ ਕਾਰਬਨ ਡਾਈਆਕਸਾਈਡ ਨੂੰ ਸੈਲਸ ਦੇ ਥਰੂ ਬਾਹਰ ਲੈ ਜਾਂਦੇ ਆ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਇੰਟਰਨਲ ਰੈਸਪੀਰੇਸ਼ਨ। ਇੰਟਰਨਲ ਰੈਸਪੀਰੇਸ਼ਨ ਕੀ ਹੁੰਦਾ ਹੈ ਕਿ ਜਿਹੜੀ ਜਿੱਥੇ ਦਾ ਆਪਾਂ ਆਕਸੀਜਨ ਬਾਹਰੋਂ ਇਨਵਾਇਰਮੈਂਟ 'ਚੋਂ ਲੈਣੀ ਸੀ, ਹੁਣ ਉਹ ਆਕਸੀਜਨ ਕੀ ਆਪਾਂ ਸੈਲਸ ਦੇ ਵਿੱਚੋਂ ਲੈਂਦੇ ਆ। ਮਤਲਬ ਆਪਾਂ ਨਹੀਂ, ਆਪਾਂ ਤਾਂ ਐਕਚੁਅਲੀ ਐਕਸਟਰਨਲ ਕਰ ਰਹੇ ਹਾਂ, ਆਰਗੈਨਿਜ਼ਮਸ ਕਰ ਰਹੇ ਇੱਥੇ, ਬਟ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਆਕਸੀਜਨ ਹੈ ਉਹ ਆਪਾਂ ਵਿਦਇਨ ਸੈਲਸ ਤੋਂ ਲੈਣੀ ਹੁੰਦੀ ਹੈ, ਠੀਕ ਹੈ। These reactions release energy from food substances and produce carbon dioxide water as a waste product। ਤਾਂ ਇਹ ਕੀ ਹੈ ਕਿ ਜਦੋਂ ਇਹ ਰਿਐਕਸ਼ਨਸ ਹੁੰਦੀਆਂ, ਇਹ ਸੈਲਸ ਤੋਂ ਆਕਸੀਜਨ ਲੈ ਲੈਂਦੀ ਹੈ। ਆਕਸੀਜਨ ਲੈਣ ਤੋਂ ਬਾਅਦ ਇਹਦੇ ਵਿੱਚੋਂ ਐਨਰਜੀ ਜਾਂ ਕਾਰਬਨ ਡਾਈਆਕਸਾਈਡ ਜਾਂ ਵਾਟਰ ਐਜ਼ ਅ ਵੇਸਟ ਪ੍ਰੋਡਕਟ ਬਾਹਰ ਨਿਕਲਦੇ ਹੈ, ਤਾਂ ਉਹਨੂੰ ਬੋਲਦੇ ਆਪਾਂ ਇੰਟਰਨਲ ਰੈਸਪੀਰੇਸ਼ਨ। ਬਸ ਡਿਫਰੈਂਸ ਇਹੀ ਹੈ ਕਿ ਐਕਸਟਰਨਲ ਰੈਸਪੀਰੇਸ਼ਨ 'ਚ ਆਪਾਂ ਇਨਵਾਇਰਮੈਂਟ ਤੋਂ ਆਕਸੀਜਨ ਅੰਦਰ ਲੈ ਕੇ ਗਏ ਹਾਂ, ਇਨਵਾਇਰਮੈਂਟ ਤੋਂ ਆਕਸੀਜਨ ਅੰਦਰ। ਇਹਦੇ ਵਿੱਚ ਆਕਸੀਜਨ ਅੰਦਰ ਕਿਵੇਂ ਆਊਗੀ, ਸੈਲਸ ਦੇ ਥਰੂ। ਜੋ ਵੀ ਆਪਣਾ ਵਿਦਇਨ ਦਾ ਸੈਲਸ ਆਪਾਂ ਕੈਮੀਕਲ ਰਿਐਕਸ਼ਨਸ ਹੋਈਆਂ, ਉਹਦੇ 'ਚੋਂ ਸੈਲਸ ਦੇ ਥਰੂ ਆਕਸੀਜਨ ਅੰਦਰ ਗਈ ਅਤੇ ਕਾਰਬਨ ਡਾਈਆਕਸਾਈਡ ਜਿਵੇਂ ਐਕਸਟਰਨਲ 'ਚ ਬਾਹਰ ਗਈ, ਉਵੇਂ ਇੰਟਰਨਲ 'ਚ ਬਾਹਰ ਜਾਣੀ ਹੈ, ਠੀਕ ਹੈ। ਬਸ ਮੇਨ ਡਿਫਰੈਂਸ ਹੈ ਕਿ ਆਕਸੀਜਨ ਕਿਵੇਂ ਅੰਦਰ ਜਾ ਰਹੀ ਹੈ। ਨੈਕਸਟ ਆ ਗਿਆ ਸਮ ਮੋਰ ਯੂਜ਼ਸ ਆਫ ਆਕਸੀਜਨ। ਆਕਸੀਜਨ ਦੀਆਂ ਹੋਰ ਕਿੱਥੇ ਕਿੱਥੇ ਯੂਜ਼ ਹੁੰਦੀਆਂ। ਆਕਸੀਜਨ ਇਜ਼ ਯੂਜ਼ਡ ਇਨ ਮੇਕਿੰਗ ਸਟੀਲ। ਸਟੀਲ ਦੀ ਪ੍ਰੋਡਕਸ਼ਨ ਵਿੱਚ ਵੀ ਆਪਾਂ ਕੀ ਯੂਜ਼ ਕਰਦੇ ਹਾਂ, ਆਕਸੀਜਨ। ਹੁਣ ਪੂਰਾ ਰਿਐਕਸ਼ਨ ਕਿਵੇਂ ਯੂਜ਼ ਹੁੰਦਾ ਹੈ, ਉਹ ਸਾਰੀ ਰਿਐਕਸ਼ਨਸ ਆਪਾਂ ਨੂੰ ਹਾਇਰ ਕਲਾਸਿਸ ਵਿੱਚ ਆਉਣਗੀਆਂ। ਜਸਟ ਆਪਾਂ ਇੱਥੇ ਲਰਨ ਰੱਖਣਾ ਹੈ ਕਿ ਆਕਸੀਜਨ ਹੈ ਜਿਹੜਾ ਉਹ ਸਟੀਲ ਬਣਾਉਣ ਵਿੱਚ ਵੀ ਹੈਲਪਫੁਲ ਹੁੰਦਾ ਹੈ। ਆਕਸੀਜਨ ਹੈ ਜਿਹੜਾ ਉਹ ਨਾਈਟ੍ਰਿਕ ਐਸਿਡ ਅਤੇ ਸਲਫਿਊਰਿਕ ਐਸਿਡ ਦੀ ਪ੍ਰੋਡਕਸ਼ਨ ਵਿੱਚ ਵੀ ਹੈਲਪਫੁਲ ਹੁੰਦਾ ਹੈ। ਇੱਕ ਤਾਂ ਹੋ ਗਿਆ ਸਟੀਲਸ ਬਣਾਉਂਦਾ ਹੈ, ਦੂਜਾ ਕਿ ਨਾਈਟ੍ਰਿਕ ਐਸਿਡ ਅਤੇ ਸਲਫਿਊਰਿਕ ਐਸਿਡ ਦੀ ਪ੍ਰੋਡਕਸ਼ਨ ਵਿੱਚ ਵੀ ਕੀ ਯੂਜ਼ ਹੁੰਦਾ ਹੈ, ਆਕਸੀਜਨ। ਇਟ ਇਜ਼ ਐਨ ਐਕਸੀਲੈਂਟ ਪਿਊਰੀਫਾਈਂਗ ਏਜੰਟ। ਆਕਸੀਜਨ ਇੱਕ ਪਿਊਰੀਫਾਈਂਗ ਏਜੰਟ ਹੈ। ਪਿਊਰੀਫਾਈਂਗ ਏਜੰਟ ਦਾ ਮਤਲਬ ਕਿ ਕਿਸੇ ਮਤਲਬ ਡਰਟੀ ਸਬਸਟਾਂਸ ਨੂੰ ਪਿਊਰੀਫਾਈ ਕਰਨ ਵਾਲਾ ਜੋ ਹੁੰਦਾ ਉਹ ਪਿਊਰੀਫਾਈਂਗ ਏਜੰਟ ਹੁੰਦਾ। ਤਾਂ ਇੱਥੇ ਆਕਸੀਜਨ ਵੀ ਐਜ਼ ਅ ਪਿਊਰੀਫਾਈਂਗ ਏਜੰਟ ਕੰਮ ਕਰ ਰਹੀ ਹੈ, ਠੀਕ ਹੈ। ਆਕਸੀਜਨ ਜਿਹੜੀ ਹੈਗੀ ਹੈ ਉਹ ਕਾਫੀ ਕੈਮੀਕਲ ਇੰਡਸਟਰੀਜ਼ ਵਿੱਚ ਯੂਜ਼ ਹੁੰਦੀ ਹੈ ਫॉर ਆਕਸੀਡਾਈਜ਼ਿੰਗ ਸਬਸਟਾਂਸਿਸ। ਆਕਸੀਡਾਈਜ਼ਿੰਗ ਸਬਸਟਾਂਸਿਸ ਮਤਲਬ ਕੋਈ ਵੀ ਸਬਸਟਾਂਸ ਲੈਣਾ ਹੈ, ਅਗਰ ਚਾਹੁੰਦੇ ਹਾਂ ਕਿ ਉਹਦੇ ਨਾਲ ਆਕਸੀਜਨ ਆ ਕੇ ਕੰਬਾਈਨ ਹੋ ਜੇ, ਤਾਂ ਆਕਸੀਜਨ ਕਿਵੇਂ ਕੰਬਾਈਨ ਹੋਊਗੀ, ਜੇ ਆਪਾਂ ਨੂੰ ਆਕਸੀਜਨ ਦੇਵਾਂਗੇ, ਠੀਕ ਹੈ। ਤਾਂ ਕਾਫੀ ਕੈਮੀਕਲ ਇੰਡਸਟਰੀਜ਼ ਦੇ ਵਿੱਚ ਜਿਹੜੀ ਆਕਸੀਜਨ ਹੈ ਉਹ ਐਜ਼ ਅ ਆਕਸੀਡਾਈਜ਼ਿੰਗ ਸਬਸਟਾਂਸ ਯੂਜ਼ ਹੁੰਦੀ ਹੈ, ਜਿਵੇਂ ਐਸਿਡਸ ਬਣਾਉਣ ਵਿੱਚ, ਠੀਕ ਹੈ। ਇੱਥੇ ਆਪਾਂ ਕੀ ਯੂਜ਼ ਕਰਦੇ ਹਾਂ, ਆਕਸੀਜਨ। ਆਕਸੀਜਨ ਹੈ ਜਿਹੜੀ ਉਹ ਵਰਨਿਸ਼ਿਸ ਵਗੈਰਾ ਬਣਾਉਣ ਵਿੱਚ ਵੀ ਯੂਜ਼ ਹੁੰਦੀ ਹੈ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਵੀ ਇੱਕ ਬਹੁਤ ਇੰਪੋਰਟੈਂਟ ਕੌਨਸਟੀਟੂਐਂਟ ਪਾਰਟ ਹੈ ਏਅਰ ਦਾ, ਅਤੇ ਏਅਰ ਦੇ ਵਿੱਚ ਅਪਰੋਕਸੀਮੇਟਲੀ 0.039% ਕੀ ਪ੍ਰੈਜੈਂਟ ਹੁੰਦੀ ਹੈ, ਕਾਰਬਨ ਡਾਈਆਕਸਾਈਡ। ਜਿਵੇਂ 78% ਨਾਈਟ੍ਰੋਜਨ ਹੁੰਦੀ ਹੈ, ਠੀਕ ਹੈ, ਉਵੇਂ 0.039% ਕੀ ਪ੍ਰੈਜੈਂਟ ਆਪਣੇ ਇੱਥੇ ਐਟਮੋਸਫੀਅਰ ਵਿੱਚ ਕਾਰਬਨ ਡਾਈਆਕਸਾਈਡ। ਤਾਂ ਜਿਹੜੇ ਵੀ ਕੰਪਾਊਂਡਸ ਹੈ, ਕੰਪਾਊਂਡ ਆਫ ਕਾਰਬਨ ਡਾਈਆਕਸਾਈਡ ਹੈ, ਉਹ ਤਾਂ ਓਬਵੀਅਸ ਹੈ ਕਾਰਬਨ ਡਾਈਆਕਸਾਈਡ। ਉਹ ਕਾਹਦੇ ਤੋਂ ਬਣੇ ਹੋਣਗੇ, ਇੱਕ ਤਾਂ ਕਾਰਬਨ ਤੋਂ ਬਣੇ ਹੈ, ਇੱਕ ਆਕਸੀਜਨ ਤੋਂ ਬਣਿਆ। ਤਾਂ ਇਹ ਕੰਪਾਊਂਡ ਹੈ ਜਿਹੜਾ ਕਾਰਬਨ ਡਾਈਆਕਸਾਈਡ, ਇਹ ਕਿਹਨੂੰ ਕਿਹਨੂੰ ਮਿਲ ਕੇ ਬਣਿਆ ਹੋਇਆ, ਇੱਕ ਇਹਨੂੰ ਲਿੱਤਾ ਆਪਾਂ ਕਾਰਬਨ, ਇੱਕ ਲਈ ਆਪਾਂ ਆਕਸੀਜਨ, ਇਹਨਾਂ ਨੂੰ ਕੰਬਾਈਨ ਕਰਕੇ ਬਣਾਤਾ CO2 ਦੈਟ ਇਜ਼ ਕਾਰਬਨ ਡਾਈਆਕਸਾਈਡ, ਠੀਕ ਹੈ। ਆਲ ਲਾਈਫ ਫਾਰਮਸ ਆਰ ਬੇਸਡ ਔਨ ਕਾਰਬਨ ਕੰਟੇਨਿੰਗ ਮੋਲੀਕਿਊਲਸ। ਜਿੰਨੇ ਵੀ ਲਾਈਫ ਫਾਰਮ, ਜਿੰਨੇ ਵੀ ਲਿਵਿੰਗ ਬੀਇੰਗਸ ਹੈ, ਜਾਂ ਜਿੰਨੇ ਵੀ ਮੰਨ ਲਓ ਪਲਾਂਟਸ ਵੀ ਹੈ, ਸਾਰੇ ਕੀ ਹੈ, ਕਾਰਬਨ ਕੰਟੇਨਿੰਗ ਕੰਪਾਊਂਡਸ 'ਤੇ ਡਿਪੈਂਡ ਕਰਦੇ ਆ।
ਹੁਣ ਇਹ ਕਾਰਬਨ ਕੰਟੇਨਿੰਗ ਕੰਪਾਊਂਡਸ ਕਿਹੜੇ ਹੁੰਦੇ ਆ, ਜਿਵੇਂ ਪ੍ਰੋਟੀਨਸ ਲੈਂਦੇ ਆਪਾਂ, ਕਾਰਬੋਹਾਈਡਰੇਟਸ, ਫੈਟਸ, ਨਿਊਕਲਿਕ ਐਸਿਡ, ਵਿਟਾਮਿਨਸ, ਇਹਨਾਂ ਸਾਰਿਆਂ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ, ਕਾਰਬਨ ਡਾਈਆਕਸਾਈਡ। ਅਤੇ ਮੇਨਲੀ ਆਪਾਂ ਕੀ ਹੈ, ਕਾਰਬਨ ਕੰਟੇਨਿੰਗ ਕੰਪਾਊਂਡ ਕੀ ਹੈ ਯੂਜ਼ ਕਰਦੇ ਆਪਣੇ ਡੇਲੀ ਲਾਈਫ ਵਿੱਚ। The endo and exoskeleton of various animals are also form of carbonate salts। ਜਿਹੜੀ ਐਂਡੋ ਮਤਲਬ ਅੰਦਰਲੀ ਸਕੈਲਟਨ ਜਾਂ ਕਈਆਂ ਦੀ ਐਗਜ਼ੋਸਕੈਲਟਨ ਹੁੰਦੀ ਹੈ, ਉਹ ਐਂਡੋ ਜਾਂ ਐਗਜ਼ੋਸਕੈਲਟਨ ਹੈ ਜਿਹੜੇ ਆਪਣੇ ਬੋਨਸ ਵਗੈਰਾ ਉਹਨਾਂ ਵਿੱਚ ਵੀ ਕੀ ਮੇਨਲੀ ਪ੍ਰੈਜ਼ੈਂਟ ਹੁੰਦਾ ਹੈ, ਕਾਰਬੋਨੇਟ ਸਾਲਟਸ। ਅਤੇ ਕਾਰਬੋਨੇਟ ਕੀ ਹੈ, ਇਹ ਵੀ ਕਾਰਬਨ ਤੋਂ ਹੀ ਬਣਿਆ, ਕਾਰਬਨ ਡਾਈਆਕਸਾਈਡ ਤੋਂ ਬਣਿਆ ਹੁੰਦਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਅਕਰੈਂਸ। ਹੁਣ ਇਹ ਕਾਰਬਨ ਡਾਈਆਕਸਾਈਡ ਨੇਚਰ ਵਿੱਚ ਆਪਾਂ ਨੂੰ ਕਿੱਥੇ ਕਿੱਥੇ ਮਿਲਦੀ ਹੈ। ਨੇਚਰ ਵਿੱਚ ਜਾਂ ਤਾਂ ਕਾਰਬਨ ਡਾਈਆਕਸਾਈਡ ਫ੍ਰੀ ਸਟੇਟ 'ਚ ਮਿਲ ਸਕਦੀ ਹੈ ਜਾਂ ਕਾਰਬਨ ਡਾਈਆਕਸਾਈਡ ਕੰਬਾਈਨਡ ਸਟੇਟ ਵਿੱਚ। ਫ੍ਰੀ ਸਟੇਟ ਵਿੱਚ ਤਾਂ ਸਿੰਪਲ ਮੰਨ ਲਓ O2 ਹੈ, ਉਹ ਬਸ ਮਤਲਬ ਕਾਰਬਨ ਡਾਈਆਕਸਾਈਡ ਇੱਧਰ ਉੱਧਰ ਮੂਵ ਕਰਦੀ ਪਈ ਹੈ, ਤਾਂ ਉਹ ਫ੍ਰੀ ਸਟੇਟ ਹੁੰਦੀ ਹੈ ਕਾਰਬਨ ਡਾਈਆਕਸਾਈਡ ਦੀ, ਸੌਰੀ ਨਾਟ ਆਕਸੀਜਨ, ਕਾਰਬਨ ਡਾਈਆਕਸਾਈਡ। ਕੰਬਾਈਨਡ ਸਟੇਟ ਕਿਵੇਂ ਹੁੰਦੀ ਹੈ, ਜਿਵੇਂ ਮੰਨ ਲਓ ਆਪਣੇ ਕੋਲ ਆ ਦੇਖੋ ਪੱਥਰ ਹੈ ਵਾਲੇ, ਜਾਂ ਆਪਣੇ ਕੋਲ ਚੌਕ ਹੈ, ਠੀਕ ਹੈ, ਉਹ ਸਾਰਿਆਂ ਵਿੱਚ ਕੀ ਹੁੰਦਾ, ਜਿਵੇਂ ਆਹ ਵਾਲੇ ਪੱਥਰ ਹੈ ਇਹਨਾਂ ਨੂੰ ਲਾਈਮਸਟੋਨ ਬੋਲਦੇ ਆ। ਲਾਈਮਸਟੋਨ ਵਿੱਚ ਕੀ ਹੁੰਦਾ, CaCO3। ਇੱਥੇ ਮਤਲਬ ਆਪਾਂ ਕੈਲਸ਼ੀਅਮ ਨਾਲ ਆਕਸੀਜਨ ਦਾ ਰਿਐਕਸ਼ਨ ਕਰਵਾਇਆ। ਰਿਐਕਸ਼ਨ ਕਰਵਾਉਣ ਤੋਂ ਬਾਅਦ ਜੋ ਪ੍ਰੋਡਕਟ ਮਿਲਿਆ ਆਪਾਂ ਨੂੰ, ਲਾਈਮਸਟੋਨ ਮਿਲਿਆ, ਉਹ ਕੀ ਹੋ ਜੂਗੀ, ਕੰਬਾਈਨਡ ਸਟੇਟ ਆਫ ਕਾਰਬਨ ਡਾਈਆਕਸਾਈਡ। ਜਾਂ ਤਾਂ ਕਾਰਬਨ ਡਾਈਆਕਸਾਈਡ ਆਪਾਂ ਨੂੰ ਫ੍ਰੀ ਸਟੇਟ ਮਿਲ ਸਕਦਾ ਹੈ ਐਟਮੋਸਫੀਅਰ ਦੇ ਵਿੱਚ, ਜਾਂ ਕਾਰਬਨ ਡਾਈਆਕਸਾਈਡ ਆਪਾਂ ਨੂੰ ਕੰਬਾਈਨਡ ਸਟੇਟ ਵਿੱਚ ਮਿਲ ਸਕਦਾ ਹੈ, ਠੀਕ ਹੈ। ਹੁਣ ਫ੍ਰੀ ਸਟੇਟ ਦੇ ਵਿੱਚ ਜਿਹੜਾ ਹੈਗਾ ਉਹ 0.03 ਜਾਂ 0.04 ਇੰਨੀ ਹੀ ਕਾਰਬਨ ਡਾਈਆਕਸਾਈਡ ਹੈ ਜਿਹੜੀ ਉਹ ਪ੍ਰੈਜ਼ੈਂਟ ਹੋ ਸਕਦੀ ਹੈ ਐਟਮੋਸਫੀਅਰ ਦੇ ਵਿੱਚ। ਜਾਂ ਹੋਰ ਕਾਰਬਨ ਡਾਈਆਕਸਾਈਡ ਕਿੱਥੇ ਪ੍ਰੈਜ਼ੈਂਟ ਹੋ ਸਕਦੀ ਹੈ ਫ੍ਰੀ ਸਟੇਟ ਵਿੱਚ, ਕੋਲ ਮਾਈਨਸ ਵਗੈਰਾ ਵਿੱਚ। ਕੋਲ ਮਾਈਨ ਦੇ ਵਿੱਚ ਵੀ ਕਾਰਬਨ ਡਾਈਆਕਸਾਈਡ ਹੈ ਜਿਹੜੀ ਉਹ ਫ੍ਰੀ ਸਟੇਟ 'ਚ ਪ੍ਰੈਜ਼ੈਂਟ ਹੁੰਦੀ ਹੈ। ਅਤੇ ਹਮੇਸ਼ਾ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਹੈ ਉਹ ਸੋਲੂਬਲ ਹੁੰਦੀ ਹੈ ਵਾਟਰ 'ਚ। ਸੋਲੂਬਲ ਕਿਵੇਂ ਹੁੰਦੀ ਹੈ ਵਾਟਰ 'ਚ, ਮਾਈਟ ਵੀ ਤੁਸੀਂ ਕੋਕ ਦੀ ਬੋਤਲ ਵਗੈਰਾ ਦੇਖੀ ਹੋਊਗੀ ਨਾ, ਕੋਕ ਦੀ ਬੋਤਲ ਦੇ ਵਿੱਚ ਕੀ ਹੈ, ਇੱਕ ਪ੍ਰੈਸ਼ਰਾਈਜ਼ ਮਤਲਬ ਇੱਕ ਗੈਸ ਪਾਈ ਹੁੰਦੀ ਹੈ। ਉਹ ਗੈਸ ਕਾਹਦੀ ਹੁੰਦੀ ਹੈ, ਕਾਰਬਨ ਡਾਈਆਕਸਾਈਡ ਗੈਸ। ਐਕਚੁਅਲੀ ਉਹ ਗੈਸ ਨੂੰ ਕੀ ਹੈ, ਸਾਰੇ ਵਾਟਰ ਦੇ ਵਿੱਚ ਮਿਕਸ ਕੀਤਾ ਹੁੰਦਾ, ਮਿਕਸ ਕਰਕੇ ਉੱਪਰੋਂ ਪ੍ਰੈਸ਼ਰ ਨਾਲ ਢੱਕਣ ਲਾਇਆ ਹੁੰਦਾ, ਮਤਲਬ ਆ ਕੈਪ ਚੜਾਇਆ ਹੁੰਦਾ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੈ ਉਹ ਹਮੇਸ਼ਾ ਕੀ ਹੈ, ਸੋਲੂਬਲ ਹੁੰਦੀ ਹੈ ਵਾਟਰ ਦੇ ਵਿੱਚ। ਕੰਬਾਈਨਡ ਸਟੇਟ ਵਿੱਚ ਕੀ ਹੈ, ਜਿਵੇਂ ਆਪਾਂ ਮੈਟਲ ਕਾਰਬੋਨੇਟਸ ਦੇਖ ਲਈਏ ਜਾਂ ਮੈਟਲ ਬਾਈਕਾਰਬੋਨੇਟਸ ਦੇਖ ਲਈਏ, ਜਿਵੇਂ ਕਿ ਫੋਰ ਐਗਜ਼ਾਮਪਲ ਲਾਈਮਸਟੋਨ, ਜਿਵੇਂ ਆਹ ਵਾਲੇ ਪੱਥਰ ਜਿਹੜੇ ਹੁੰਦੇ ਆ, ਜਾਂ ਡੋਲੋਮਾਈਟ, ਇਹ ਤੁਸੀਂ ਅੱਗੇ ਜਾ ਕੇ ਪੜ੍ਹੋਗੇ ਵੀ ਇਹ ਕਾਰਬਨ ਦੀਆਂ ਫਾਰਮਸ ਹੁੰਦੀਆਂ, ਕਾਰਬਨ ਡਾਈਆਕਸਾਈਡ ਦੀਆਂ, ਠੀਕ ਹੈ। ਤਾਂ ਇਹ ਜਿਹੜੀ ਕੰਬਾਈਨਡ ਸਟੇਟ ਵਿੱਚ ਵੀ ਹੈਗੀ ਜਿਹੜੀ ਆਪਾਂ ਨੂੰ ਕਾਰਬਨ ਡਾਈਆਕਸਾਈਡ ਮਿਲ ਸਕਦੀ ਹੈ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਲੈਬੋਰਟਰੀ ਪ੍ਰੈਪਰੇਸ਼ਨ। ਹੁਣ ਕਾਰਬਨ ਡਾਈਆਕਸਾਈਡ ਗੈਸ ਦੀ ਆਪਾਂ ਲੈਬੋਰਟਰੀ ਵਿੱਚ ਕਿਵੇਂ ਪ੍ਰੈਪਰੇਸ਼ਨ ਕਰ ਸਕਦੇ ਹਾਂ। ਐਕਚੁਅਲੀ ਕਾਰਬਨ ਡਾਈਆਕਸਾਈਡ ਗੈਸ ਬਣਦੀ ਕਿਵੇਂ ਹੈ, ਜਦੋਂ ਆਪਾਂ ਪੈਟਰੋਲ ਜਾਂ ਡੀਜ਼ਲ ਨੂੰ ਕੀ ਹੈ, ਬਰਨ ਕਰਦੇ ਹਾਂ। ਕੋਈ ਵੀ ਫਿਊਲ ਲਓ, ਠੀਕ ਹੈ, ਕੋਈ ਵੀ ਫਿਊਲ ਲਓ, ਫਿਊਲ ਨੂੰ ਕੀ ਕਰੋ, ਆਕਸੀਜਨ ਦੀ ਪ੍ਰੈਜ਼ੈਂਸ 'ਚ ਬਰਨ ਕਰੋ, ਕਿਉਂਕਿ ਕੋਈ ਵੀ ਮਟੀਰੀਅਲ ਹੈ ਉਹ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਹੀ ਬਰਨ ਹੋਊਗਾ, ਮਤਲਬ ਉਹਨੂੰ ਆਪਾਂ ਜਲਾ ਸਕਦੇ ਹਾਂ, ਠੀਕ ਹੈ। ਜਦੋਂ ਆਪਾਂ ਕੋਈ ਵੀ ਫਿਊਲ ਮਤਲਬ ਪੈਟਰੋਲ ਜਾਂ ਡੀਜ਼ਲ ਲਿਆ, ਉਹਨੂੰ ਆਕਸੀਜਨ ਦੀ ਪ੍ਰੈਜ਼ੈਂਸ ਬਰਨ ਕੀਤਾ, ਤਾਂ ਉਹਨੇ ਹਮੇਸ਼ਾ ਕੀ ਪ੍ਰੋਡਿਊਸ ਕਰਨਾ ਹੈ, ਐਨਰਜੀ ਪ੍ਰੋਡਿਊਸ ਕਰਨੀ ਹੈ, ਵਾਟਰ ਪ੍ਰੋਡਿਊਸ ਕਰਦਾ, ਪਲੱਸ ਪ੍ਰੋਡਿਊਸ ਕਰਦਾ ਕਾਰਬਨ ਡਾਈਆਕਸਾਈਡ। ਤਾਂ ਇੱਥੋਂ ਪ੍ਰੋਡਕਸ਼ਨ ਹੋ ਗਈ ਨਾ ਕਾਰਬਨ ਡਾਈਆਕਸਾਈਡ ਦੀ, ਕਿ ਫਿਊਲਸ ਲਓ, ਫਿਊਲਸ ਨੂੰ ਬਰਨ ਕਰ ਦਿਓ, ਬਰਨ ਕਰਨ ਤੋਂ ਕੀ ਪ੍ਰੋਡਿਊਸ ਕਰ ਦੂਗਾ, ਕਾਰਬਨ ਡਾਈਆਕਸਾਈਡ। ਹੁਣ ਆਪਾਂ 1 ਬਾਏ 1 ਰੀਡ ਕਰਦੇ ਹਾਂ। ਦੇਖੋ ਜਿਹੜੀ ਮੈਂ ਰਿਐਕਸ਼ਨ ਬੋਲੀ ਹੈ ਸੇਮ ਲਿਖੀ ਹੋਈ ਹੈ, ਫਿਊਲ ਪਲੱਸ ਆਕਸੀਜਨ ਇਹ ਕੀ ਬਣਾ ਦੂਗਾ, ਐਨਰਜੀ, ਵਾਟਰ ਅਤੇ ਕਾਰਬਨ ਡਾਈਆਕਸਾਈਡ। ਇੱਕ ਹੋਰ ਮੈਥਡ ਹੈ ਕਾਰਬਨ ਡਾਈਆਕਸਾਈਡ ਨੂੰ ਪ੍ਰਿਪੇਅਰ ਕਰਨ ਦਾ, ਕਿ ਜਦੋਂ ਆਪਾਂ ਮੈਟਲ ਕਾਰਬੋਨੇਟ ਲੈਂਦੇ ਹਾਂ, ਮੰਨ ਲਓ ਮੈਂ ਕੋਈ ਵੀ ਮੈਟਲ ਕਾਰਬੋਨੇਟ ਲੈ ਲਿਆ, ਸੋਡੀਅਮ ਕਾਰਬੋਨੇਟ ਲੈ ਲਿਆ। ਮੈਂ ਮੈਟਲ ਕਾਰਬੋਨੇਟ ਕਿਉਂ ਬੋਲ ਰਹੀ ਹਾਂ, ਕਿਉਂਕਿ ਇੱਥੇ ਮੈਟਲ Na ਹੈ, ਸੋਡੀਅਮ ਮੈਟਲ ਨਾਲ ਜਦੋਂ ਕਾਰਬੋਨੇਟ ਲੱਗਾ ਹੁੰਦਾ ਉਹਨੂੰ ਮੈਟਲ ਕਾਰਬੋਨੇਟ ਬੋਲਦੇ ਆ। ਤਾਂ ਜਦੋਂ ਜਦੋਂ ਮੈਟਲ ਕਾਰਬੋਨੇਟ ਕੀ ਹੈ, ਆਪਾਂ ਡਿਲਿਊਟ ਐਸਿਡ ਨਾਲ, ਮੰਨ ਲਓ ਮੈਂ ਕੋਈ ਵੀ ਇੱਥੇ ਐਸਿਡ ਲੈ ਲਿਆ, ਕੋਈ ਵੀ ਮੈਂ ਮੈਟਲ ਕਾਰਬੋਨੇਟ ਲਿਆ, ਉਹਨੂੰ ਐਸਿਡ ਨਾਲ ਰਿਐਕਟ ਕਰਵਾਤਾ, ਤਾਂ ਐਸਿਡ ਨਾਲ ਰਿਐਕਟ ਕਰਾਉਣ 'ਤੇ ਹਮੇਸ਼ਾ ਕੀ ਹੋਊਗਾ, Na ਚੱਲੂ ਜਾਊਗਾ Cl ਕੋਲ, ਤਾਂ NaCl ਬਣਾ ਲੂਗਾ, ਪਲੱਸ ਕੀ ਨਿਕਲ ਜੂਗਾ, ਵਾਟਰ, ਪਲੱਸ ਕੀ ਬਣ ਜੂਗਾ, ਕਾਰਬਨ ਡਾਈਆਕਸਾਈਡ। ਤਾਂ ਇਹ ਵੀ ਇੱਕ ਮੈਥਡ ਹੈ ਕਾਰਬਨ ਡਾਈਆਕਸਾਈਡ ਦੀ ਪ੍ਰੈਪਰੇਸ਼ਨ ਦਾ, ਕਿ ਮੈਟਲ ਕਾਰਬੋਨੇਟ ਲਓ, ਉਹਨੂੰ ਐਸਿਡ ਨਾਲ ਰਿਐਕਟ ਕਰਵਾ ਦਿਓ, ਐਸਿਡ ਨਾਲ ਰਿਐਕਟ ਕਰਵਾਉਣ 'ਤੇ ਉਹ ਇੱਕ ਸਾਲਟ ਬਣਾ ਲੂਗਾ, ਇੱਕ ਵਾਟਰ ਬਣਾ ਲੂਗਾ, ਪਲੱਸ ਨਾਲ ਕੀ ਹੈ, ਕਾਰਬਨ ਡਾਈਆਕਸਾਈਡ ਗੈਸ ਨੂੰ ਰਿਲੀਜ਼ ਕਰ ਦੂਗਾ। ਆਪਾਂ ਇੱਥੇ ਮੈਟਲ ਕਾਰਬੋਨੇਟ ਵੀ ਲੈ ਸਕਦੇ ਹਾਂ, ਮੈਟਲ ਬਾਈਕਾਰਬੋਨੇਟ ਵੀ ਲੈ ਸਕਦੇ ਹਾਂ। ਬਾਈਕਾਰਬੋਨੇਟ ਕਿਹੜੇ ਹੁੰਦੇ ਆ, ਮੈਟਲ
ਬਾਈਕਾਰਬੋਨੇਟ ਮਤਲਬ HCO3, ਸਿੰਪਲ ਕਾਰਬੋਨੇਟ CO3, ਬਾਈਕਾਰਬੋਨੇਟ HCO3। ਇਹਨੂੰ ਵੀ ਕੋਈ ਵੀ ਐਸਿਡ ਨਾਲ ਰਿਐਕਟ ਕਰਾ ਲਓ, ਮੰਨ ਲਓ ਮੈਂ ਸਲਫਿਊਰਿਕ ਐਸਿਡ ਨਾਲ ਇੱਥੇ ਰਿਐਕਟ ਕਰਵਾਇਆ ਤਾਂ ਇਹਨੇ ਵੀ ਕੀ ਬਣਾ ਲਿਆ, ਸੋਡੀਅਮ ਸਲਫੇਟ ਦੈਟ ਇਜ਼ ਸਾਲਟ, ਵਾਟਰ ਤੇ ਕਾਰਬਨ ਡਾਈਆਕਸਾਈਡ ਗੈਸ ਨੂੰ ਕੀ ਆਪਣੇ ਕੋਲ ਰਿਲੀਜ਼ ਕਰਤਾ। ਤਾਂ ਇਹ ਵੀ ਇੱਕ ਮੈਥਡ ਹੁੰਦਾ ਆਪਣਾ ਕੋਈ ਵੀ ਮੰਨ ਲਓ ਕਾਰਬਨ ਡਾਈਆਕਸਾਈਡ ਗੈਸ ਨੂੰ ਰਿਲੀਜ਼ ਕਰਨ ਦਾ। ਠੀਕ ਹੈ, ਆਪਣੇ ਕੋਲ ਡਾਇਗਰਾਮ ਥਰੂ ਸਮਝਾਇਆ ਹੋਇਆ ਕਿ ਇਹਦੇ ਵਿੱਚ ਮੈਂ ਕੋਈ ਵੀ ਮਾਰਬਲ ਚਿਪਸ ਮਤਲਬ ਕਿ ਮੈਂ ਇੱਥੇ ਸੋਡੀਅਮ ਕਾਰਬੋਨੇਟ ਮੰਨ ਲਓ ਲਿਆ, ਸੋਡੀਅਮ ਕਾਰਬੋਨੇਟ ਦੇ ਉੱਪਰੋਂ ਮੈਂ ਕੀ ਹੈ ਨੀਚੇ ਇੱਥੇ HCl ਪਾ ਰਹੀ ਹਾਂ। ਜੋ ਵੀ HCl ਪਾਉਣ 'ਤੇ ਰਿਐਕਸ਼ਨ ਹੋਊਗੀ, ਉਹ ਰਿਐਕਸ਼ਨ ਵਿੱਚੋਂ ਜਿੰਨੀ ਵੀ ਕਾਰਬਨ ਡਾਈਆਕਸਾਈਡ ਗੈਸ ਇਕੱਠੀ ਹੋ ਰਹੀ ਹੈ ਉਹਨੂੰ ਮੈਂ ਇੱਕ ਅਨਦਰ ਮਤਲਬ ਟੈਸਟ ਟਿਊਬ ਵਿੱਚ ਇਕੱਠਾ ਕਰ ਲਿਆ ਅਤੇ ਉੱਥੇ ਮੇਰੇ ਕੋਲ ਕਾਰਬਨ ਡਾਈਆਕਸਾਈਡ ਦੀ ਪ੍ਰੋਡਕਸ਼ਨ ਹੋ ਗਈ। ਠੀਕ ਹੈ, ਹੋਰ ਮੈਥਡ ਕੀ ਹੈ ਪ੍ਰੈਪਰੇਸ਼ਨ ਆਫ ਕਾਰਬਨ ਡਾਈਆਕਸਾਈਡ ਦੀ। ਕਾਰਬਨ ਡਾਈਆਕਸਾਈਡ ਹੈ ਕਿ ਜਦੋਂ ਆਪਾਂ ਕੋਈ ਕਾਰਬਨ ਲਵਾਂਗੇ ਉਹਨੂੰ ਆਕਸੀਜਨ 'ਚ ਮੈਂ ਬਰਨ ਕਰਨਾ ਸ਼ੁਰੂ ਕਰਤਾ, ਕਾਰਬਨ ਲਓ ਉਹਨੂੰ ਆਕਸੀਜਨ ਵਿੱਚ ਬਰਨ ਕਰਨਾ ਸ਼ੁਰੂ ਕਰ ਦਿਓ ਤਾਂ ਉਹ ਵੀ ਕੀ ਪ੍ਰੋਡਿਊਸ ਕਰ ਲੂਗਾ, ਕਾਰਬਨ ਡਾਈਆਕਸਾਈਡ। ਠੀਕ ਹੈ, ਜਾਂ ਕੋਈ ਵੀ ਹੋਰ ਲਓ, ਜਿਵੇਂ ਮੰਨ ਲਓ ਆਪਾਂ ਮਿਥੇਨ ਲਿਆ, ਕੋਈ ਵੀ ਇੱਕ ਮਟੀਰੀਅਲ ਹੈ ਜਿਹਦੇ 'ਚ ਕਾਰਬਨ ਹੋਵੇ, ਉਸ ਨੂੰ ਕੀ ਹੈ ਆਕਸੀਜਨ ਦੀ ਪ੍ਰੈਜ਼ੈਂਸ 'ਚ ਬਰਨ ਕਰ ਦਿਓ ਤਾਂ ਉਹ ਵੀ ਕੀ ਪ੍ਰੋਡਿਊਸ ਕਰ ਲੂਗਾ, ਕਾਰਬਨ ਡਾਈਆਕਸਾਈਡ ਪਲੱਸ ਵਾਟਰ ਨਾਲ ਰਿਲੀਜ਼ ਕਰੂਗਾ। ਠੀਕ ਹੈ, ਹੁਣ ਜਿਹੜਾ ਕਾਰਬਨ ਡਾਈਆਕਸਾਈਡ ਹੈ, ਜਦੋਂ ਕਾਰਬਨ ਡਾਈਆਕਸਾਈਡ ਨੂੰ ਆਪਾਂ ਕੀ ਕਰਦੇ ਹਾਂ, ਸਟਰੋਂਗਲੀ ਹੀਟ ਕਰਦੇ ਹਾਂ। ਮੰਨ ਲਓ ਆਪਾਂ ਕੋਈ ਵੀ ਹੁਣ ਆਪਾਂ ਹੋਰ ਕਿਹੜਾ ਮੈਥਡ ਦੇਖ ਰਹੇ ਹਾਂ ਕਾਰਬਨ ਡਾਈਆਕਸਾਈਡ ਬਣਾਉਣ ਦਾ, ਕੋਈ ਵੀ ਇੱਕ ਤੁਸੀਂ ਬਾਈਕਾਰਬੋਨੇਟ ਲਓ, ਮੰਨ ਲਓ ਮੈਂ ਸੋਡੀਅਮ ਬਾਈਕਾਰਬੋਨੇਟ ਲੈ ਲਿਆ, ਸੋਡੀਅਮ ਬਾਈਕਾਰਬੋਨੇਟ ਨੇ ਕੀ ਹੈ ਪ੍ਰੋਪਰਲੀ ਹੀਟ ਕਰੋ, ਪ੍ਰੋਪਰਲੀ ਹੀਟ ਕਰਨ ਦੀ ਕੀ ਹੈ ਸੋਡੀਅਮ ਬਾਈਕਾਰਬੋਨੇਟ ਬ੍ਰੇਕਡਾਊਨ ਹੋਊਗਾ, ਬ੍ਰੇਕਡਾਊਨ ਕਾਹਦੇ 'ਚ ਹੋਊਗਾ, ਇੱਕ ਤਾਂ ਬਣ ਜੂ Na2CO3 ਸੋਡੀਅਮ ਕਾਰਬੋਨੇਟ ਪਲੱਸ ਵਾਟਰ ਬਣੂ ਪਲੱਸ ਕੀ ਰਿਲੀਜ਼ ਹੋ ਜੂਗਾ, ਕਾਰਬਨ ਡਾਈਆਕਸਾਈਡ ਗੈਸ। ਤਾਂ ਦੋ ਮੈਥਡ ਹੈ, ਜਾਂ ਤਾਂ ਇੱਕ ਕਾਰਬਨ ਲਓ ਉਹਨੂੰ ਕੀ ਹੈ ਬਰਨ ਕਰ ਦਿਓ ਆਕਸੀਜਨ 'ਚ ਤਾਂ ਉਹ ਕਾਰਬਨ ਡਾਈਆਕਸਾਈਡ ਬਣਾ ਦੂਗਾ, ਜਾਂ ਕੋਈ ਵੀ ਮੈਟਲ ਕਾਰਬੋਨੇਟ ਲਓ, ਮੈਟਲ ਬਾਈਕਾਰਬੋਨੇਟ ਲਓ ਉਹਨੂੰ ਹੀਟ ਕਰੋ ਤਾਂ ਉਹ ਕੀ ਪ੍ਰੋਡਿਊਸ ਕਰ ਦੂਗਾ, ਕਾਰਬਨ ਡਾਈਆਕਸਾਈਡ ਗੈਸ। ਅਤੇ ਇਹ ਅਦਰ ਮੈਥਡ ਹੈ ਕਾਰਬਨ ਡਾਈਆਕਸਾਈਡ ਨੂੰ ਪ੍ਰੋਡਿਊਸ ਕਰਨ ਦੇ। ਟੈਸਟ ਫॉर ਕਾਰਬਨ ਡਾਈਆਕਸਾਈਡ, ਹੁਣ ਕਾਰਬਨ ਡਾਈਆਕਸਾਈਡ ਗੈਸ ਮੰਨ ਲਓ ਮੈਂ ਆਹ ਵਾਲੀ ਰਿਐਕਸ਼ਨ ਕੀਤੀ ਸੀ, ਆਹ ਵਾਲੀ ਮੈਂ ਰਿਐਕਸ਼ਨ ਕੀਤੀ, ਇੱਥੇ ਮੇਰੇ ਕੋਲ ਕੁਛ ਨਾ ਕੁਛ ਗੈਸ ਮਤਲਬ ਇਕੱਠੀ ਹੋ ਗਈ, ਆਹ ਵਾਲੀ ਟੈਸਟ ਟਿਊਬ 'ਚ ਮੇਰੇ ਕੋਲ ਕੋਈ ਨਾ ਕੋਈ ਮਤਲਬ ਗੈਸ ਆਉਣੀ ਸ਼ੁਰੂ ਹੋ ਗਈ। ਹੁਣ ਮੈਂ ਚੈੱਕ ਕਰਨਾ ਕਿ ਜਿਹੜੀ ਇਹ ਗੈਸ ਆ ਰਹੀ ਹੈ ਇਹ ਐਕਚੁਅਲੀ ਕਾਰਬਨ ਡਾਈਆਕਸਾਈਡ ਗੈਸ ਹੈ ਕਿ ਕੋਈ ਹੋਰ ਆਕਸੀਜਨ ਜਾਂ ਕੁਛ ਹੋਰ ਹੀ ਨਿਕਲਣ ਲੱਗ ਗਿਆ। ਠੀਕ ਹੈ, ਤਾਂ ਆਪਾਂ ਕੀ ਕਰਨਾ ਹੁੰਦਾ, ਜਿਹੜੀ ਵੀ ਇਹ ਗੈਸ ਪ੍ਰੋਡਿਊਸ ਹੁੰਦੀ ਹੈ ਨਾ, ਇਹ ਗੈਸ ਪ੍ਰੋਡਿਊਸ ਨੂੰ ਆਪਾਂ ਲਾਈਮ ਵਾਟਰ ਵਿੱਚੋਂ ਪਾਸ ਕਰਨਾ ਹੁੰਦਾ। ਲਾਈਮ ਵਾਟਰ ਇੱਕ ਵਾਟਰ ਦੀ ਤਰ੍ਹਾਂ ਹੁੰਦਾ। ਜਦੋਂ ਮੈਂ ਇਸ ਕਾਰਬਨ ਡਾਈਆਕਸਾਈਡ ਗੈਸ ਨੂੰ ਲਾਈਮ ਵਾਟਰ ਦੇ ਵਿੱਚ ਪਾਊਂਗੀ, ਜੇ ਤਾਂ ਇਹ ਲਾਈਮ ਵਾਟਰ ਮਿਲਕੀ ਹੋ ਗਿਆ, ਥੋੜ੍ਹਾ ਜਿਹਾ ਵਾਈਟ ਜਿਹਾ ਹੋ ਗਿਆ, ਤਾਂ ਇਹ ਕਲੀਅਰ ਹੋ ਜਾਊਗਾ ਕਿ ਜਿਹੜੀ ਮੈਂ ਗੈਸ ਉੱਪਰੋਂ ਦੀ ਪਾ ਰਹੀ ਹਾਂ ਉਹ ਕਾਰਬਨ ਡਾਈਆਕਸਾਈਡ ਗੈਸ ਹੈ। ਅਗਰ ਇਹ ਲਾਈਮ ਵਾਟਰ ਟਰਨ ਮਿਲਕੀ ਨਾ ਹੋਇਆ ਤਾਂ ਉਹ ਗੈਸ ਕੀ ਹੈ, ਕਾਰਬਨ ਡਾਈਆਕਸਾਈਡ ਗੈਸ ਨਹੀਂ ਹੈਗੀ। ਠੀਕ ਹੈ, ਤਾਂ ਜਸਟ ਰੀਡ ਕਰ ਲਓ ਕੀ ਲਿਖਿਆ ਹੋਇਆ। ਟੈਸਟ ਫॉर ਕਾਰਬਨ ਡਾਈਆਕਸਾਈਡ, ਔਨ ਪਾਸਿੰਗ ਕਾਰਬਨ ਡਾਈਆਕਸਾਈਡ ਥਰੂ ਲਾਈਮ ਵਾਟਰ, ਇਹ ਲਾਈਮ ਵਾਟਰ ਦਾ ਫਾਰਮੂਲਾ ਹੁੰਦਾ ਹੈ ਕੈਲਸ਼ੀਅਮ ਹਾਈਡਰੋਕਸਾਈਡ। ਤਾਂ ਜਦੋਂ ਆਪਾਂ ਲਾਈਮ ਵਾਟਰ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਪਾਸ ਕਰਦੇ ਹਾਂ ਤਾਂ ਲਾਈਮ ਵਾਟਰ ਕੀ ਹੈ, ਮਿਲਕੀ ਹੋ ਜਾਂਦਾ। ਕਿਉਂ ਹੋ ਜਾਂਦਾ? ਬਿਕੋਜ਼ ਆਫ CaCO3, ਕਿਉਂਕਿ ਇਹਦੇ ਵਿੱਚ ਐਕਚੁਅਲੀ ਪ੍ਰੋਡਕਸ਼ਨ ਹੋਈ ਹੈ, ਕਿਉਂਕਿ ਜਦੋਂ ਆਪਾਂ ਕਾਰਬਨ ਡਾਈਆਕਸਾਈਡ ਨੂੰ ਇਹਦੇ ਨਾਲ ਰਿਐਕਟ ਕਰਵਾਉਂਦੇ ਹਾਂ ਨਾ ਲਾਈਮ ਵਾਟਰ ਨਾਲ, ਤਾਂ ਇਹ CaCO3 ਬਣਾ ਦਿੰਦਾ ਕੈਲਸ਼ੀਅਮ ਕਾਰਬੋਨੇਟ, ਅਤੇ ਕੈਲਸ਼ੀਅਮ ਕਾਰਬੋਨੇਟ ਵਾਈਟ ਕਲਰ ਦਾ ਹੋਣ ਕਰਕੇ ਲਾਈਮ ਵਾਟਰ ਨੂੰ ਮਿਲਕੀ ਬਣਾ ਦਿੰਦਾ। ਠੀਕ ਹੈ, ਅਤੇ ਜੇ ਮੈਂ ਉਸ ਲਾਈਮ ਵਾਟਰ 'ਚੋਂ ਬਹੁਤ ਹੀ ਜ਼ਿਆਦਾ ਕਾਰਬਨ ਡਾਈਆਕਸਾਈਡ ਪਾਸ ਕਰਨੀ ਸ਼ੁਰੂ ਕਰਤੀ, ਮਤਲਬ ਮੈਂ ਉਸ ਲਾਈਮ ਵਾਟਰ ਲਿਆ, ਥੋੜ੍ਹੀ ਜਿਹੀ ਪਾਸ ਕੀਤੀ, ਉਹ ਮਿਲਕੀ ਹੋ ਗਿਆ, ਮੈਂ ਫਿਰ ਪਾਸ ਕਰੀ ਜਾ ਰਹੀ ਹਾਂ ਤਾਂ ਇਹ ਲਾਈਮ ਵਾਟਰ ਕੀ ਹੈ ਹੌਲੀ ਹੌਲੀ ਡਿਸਅਪੀਅਰ ਹੋ ਜਾਊਗਾ, ਮਤਲਬ ਉਹ ਕਲਰ ਨੇ ਜਿਹੜੇ ਵਾਈਟ ਕਲਰ ਆਇਆ, ਮਿਲਕੀਨੈਸ ਕਲਰ ਆਇਆ, ਉਹ ਡਿਸਅਪੀਅਰ ਹੋ ਜਾਊਗਾ, ਤਾਂ ਵੀ ਟੈਸਟ ਹੋ ਜਾਊਗਾ ਕਿ ਉਹ ਕਾਰਬਨ ਡਾਈਆਕਸਾਈਡ ਗੈਸ ਹੀ ਹੈ। ਠੀਕ ਹੈ, ਇੱਕ ਹੋਰ ਮੈਥਡ ਹੈ ਕਿ ਇੱਕ ਮੰਨ ਲਓ ਇਸ ਬੀਕਰ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਹੈ, ਮੈਂ ਚੈੱਕ ਕਰਨਾ ਕਿ ਕਾਰਬਨ ਡਾਈਆਕਸਾਈਡ ਹੈ ਕਿ ਨਹੀਂ। ਤਾਂ ਕੀ ਕਰੋ, ਇੱਕ ਬਰਨਿੰਗ ਕੈਂਡਲ ਲਓ, ਬਰਨਿੰਗ ਕੈਂਡਲ ਨੂੰ ਕਾਰਬਨ ਡਾਈਆਕਸਾਈਡ ਦੇ ਕੋਲ ਲੈ ਜਾਓ, ਜੇ ਤਾਂ ਇਹ ਬਰਨਿੰਗ ਕੈਂਡਲ ਬੁਝ ਗਈ ਤਾਂ ਮੀਨਜ਼ ਇਹ ਕਾਰਬਨ ਡਾਈਆਕਸਾਈਡ ਗੈਸ ਹੈਗੀ ਅੰਦਰ, ਜੇ ਬਰਨਿੰਗ ਕੈਂਡਲ ਨਾ ਬੁਝੀ ਮਤਲਬ ਇਹ ਕਾਰਬਨ ਡਾਈਆਕਸਾਈਡ ਗੈਸ ਨਹੀਂ ਹੈਗੀ।